ਜਿਹੜੀ ਬੱਸਾਂ ਫੜੀਆਂ ਸੀ ਉਹ ਕਿੱਥੇ ਨੇ ਅਸੀਂ ਚਲਾ ਲਈਏ। ਘਪਲਾ ਕੀਤਾ ਜੇ ਬਾਡੀਆਂ ਪੰਜਾਬ ਚੋਂ ਲੱਗਦੀਆਂ ਨੇ ਰਾਜਸਥਾਨ ਤੋਂ ਕਿਉਂ ਲਵਾਈਆਂ ਗਈਆਂ, ਉਹ ਵੀ ਮਹਿੰਗੀਆਂ। ਮੇਰੇ ਤੋਂ ਪਹਿਲਾਂ ਜਿਹੜੀ ਸਰਕਾਰ ਸੀ ਉਹ ਵੀ ਜੈਪੁਰੋਂ ਬਣਾ ਕੇ ਲਿਆਈ। ਕੋਈ ਇਹ ਤਾਂ ਨਹੀਂ ਗਾ ਕਿ ਰਾਜੇ ਵੜਿੰਗ ਨੇ 3 ਮਹੀਨੇ ਚ ਆ ਕੇ ਕੋਈ ਪ੍ਰੋਸੀਜਰ ਸੈਟਅਪ ਕਰਤਾ। ਬੇਅਦਬੀ ਦਾ ਕੇਸ ਜਿਹੜਾ ਸੀ, ਜਿਹੜੇ ਲੋਕ ਇਨਸਾਫ ਦੀ ਗੱਲ ਕਰ ਰਹੇ ਆ, ਉਹ ਜਿਹੜਾ ਇਨਸੀਡੈਂਟ ਹੋਇਆ 4 ਨਵੰਬਰ 2015 ਨੂੰ ਹੋਇਆ। ਅਰੈਸਟ ਅਸੀਂ ਕੀਤੇ, ਚਲਾਨ 27 ਦਸੰਬਰ 2018 ਨੂੰ ਹੋਇਆ, ਚਾਰजेस ਫਰੇਮ 30 ਜੁਲਾਈ 2019 ਨੂੰ ਹੋਏ, ਸਜ਼ਾ ਹੋ ਗਈ। ਇਹਨਾਂ ਨੇ ਕੀ ਕੀਤਾ ਬਾਬਾ ਜੀ ਦਾ ਠੁੱਲੂ। ਜੋ ਆਈਜੀ ਪਰਮਾਰ ਦੀ ਰਿਪੋਰਟ ਦੇਖੀ ਹੈ ਐਸਆਈਟੀ ਦੀ, ਉਹ ਰਿਪੋਰਟ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਕਿਸੇ ਤਰ੍ਹਾਂ ਦਾ ਕੋਈ ਰਾਜਨੀਤਿਕ ਆਗੂਆਂ ਦਾ ਹੱਥ ਨਹੀਂ ਹੈ। ਪਰਮਾਰ ਸਾਹਿਬ ਦੀ ਰਿਪੋਰਟ, ਕਈ ਵਾਰੀ ਰਿਪੋਰਟਾਂ ਤੁਹਾਨੂੰ ਪਤਾ ਹੀ ਹੈ ਹਿੰਦੁਸਤਾਨ ਦੀਆਂ ਰਿਪੋਰਟਸ ਕਿਸਲੀਆਂ ਹੁੰਦੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ। ਮੈਂ ਹਾਂ ਸੁਰਖਾਬ। ਦੋਸਤੋ, ਬੇਅਦਬੀਆਂ ਦੀ ਗੱਲ ਕਰਦੇ ਹਾਂ ਤਾਂ ਬੇਸ਼ੱਕ 2 ਸਰਕਾਰਾਂ ਬਦਲੀਆਂ, 3 ਮੁੱਖ ਮੰਤਰੀ ਬਦਲੇ, ਤਾਂ ਬੀਤੇ ਦਿਨ ਜਦੋਂ ਮੋਗੇ ਦਾ ਨਤੀਜਾ ਆਉਂਦਾ ਹੈ ਤਾਂ ਸਾਬਕਾ ਸਰਕਾਰ, ਕਾਂਗਰਸ ਸਰਕਾਰ ਕਹਿੰਦੀ ਹੈ ਕਿ ਸਾਰਾ ਕੁਝ ਸਾਡੇ ਵੱਲੋਂ ਕੀਤਾ ਹੋਇਆ ਸੀ। ਆਮ ਆਦਮੀ ਪਾਰਟੀ ਸਿਰਫ ਸਿਹਰਾਬੰਦੀ ਦਾ ਫੈਸਲਾ ਜਿਹੜਾ ਕਿ ਫਾਇਦਾ ਲੈਂਦੀ ਨਜ਼ਰ ਆ ਰਹੀ। ਮੇਰੇ ਨਾਲ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ। ਵੜਿੰਗ ਸਾਹਿਬ, ਕੀ ਕਹਿਣਾ ਚਾਹੋਗੇ? ਇਨਸਾਫ ਦੀ ਸ਼ੁਰੂਆਤ ਹੋਈ ਹੈ, ਆਪ ਵਾਲੇ ਕਹਿੰਦੇ ਨੇ ਕਿ ਸਾਡੀ ਸਰਕਾਰ ਆਈ 100 ਦਿਨਾਂ ਦੀ ਸਰਕਾਰ ਤੋਂ ਬਾਅਦ ਨਤੀਜੇ ਨਿਕਲਣੇ ਜਿਹੜੇ ਕਿ ਸਾਹਮਣੇ ਸ਼ੁਰੂ ਹੋ ਚੁੱਕੇ ਨੇ। ਦੇਖੋ, ਆਮ ਆਦਮੀ ਪਾਰਟੀ ਨੂੰ ਹਰ ਚੀਜ਼ ਦਾ ਕ੍ਰੈਡਿਟ ਲੈਣ ਦੀ ਹੁਣ ਆਦਤ ਪੈ ਗਈ ਹੈ। ਜਿਹੜੀ ਵੀ ਗੱਲ ਅਸੀਂ ਕੀਤੀ ਕੋਈ ਉਹਨੂੰ ਬਣਾ ਕੇ ਆਪ ਦਾ ਦੱਸ ਦਿੱਤਾ ਜਾਂਦਾ। ਜਿਵੇਂ ਮੈਂ ਬਜਟ ਦੀ ਗੱਲ ਕਰਾਂ ਕਿ ਅਸੀਂ ਹੁਣ ਵੱਡੇ ਵੱਡੇ ਬੋਰਡ ਲਾ ਦਿੱਤੇ ਕਿ ਜੀ ਅਸੀਂ ਨਵੇਂ ਬੱਸ ਸਟੈਂਡ ਬਣਾ ਰਹੇ ਹਾਂ। ਆਲਰੇਡੀ ਇਹ ਬੱਸ ਸਟੈਂਡਸ ਕਾਂਗਰਸ ਪਾਰਟੀ ਇਹਦੀ ਨੀਆਂ ਧਰ ਕੇ ਗਈ ਹੈ, ਇਹਦੇ ਵਾਸਤੇ ਪੈਸਾ ਰੱਖ ਕੇ ਗਈ ਹੈ। ਬੱਸਿਸ ਚਲਾ ਦਿੱਤੇ ਜਾਂਦੇ, ਇਹਦੀ ਲੜਾਈ ਲੜਦੇ ਰਹੇ, 13 ਚਿੱਠੀਆਂ ਲਿਖੀਆਂ, ਕੋਈ ਜਵਾਬ ਨਹੀਂ ਆਇਆ। ਹੁਣ ਆ ਗਈ ਬੇਅਦਬੀ ਦੀ ਗੱਲ। ਤੁਸੀਂ ਮੈਨੂੰ ਇਹ ਦੱਸ ਦਿਓ, ਹਰ ਚੀਜ਼ 'ਚ ਇਹ ਗੱਲ ਕਹਿੰਦੇ ਸਾਨੂੰ ਹਜੇ ਟਾਈਮ ਚਾਹੀਦਾ ਹੈ। ਬੇਅਦਬੀ ਦਾ ਕੇਸ ਜਿਹੜਾ ਸੀ, ਜਿਹੜੇ ਲੋਕ ਇਨਸਾਫ ਦੀ ਗੱਲ ਕਰ ਰਹੇ ਆ, ਉਹ ਜਿਹੜਾ ਇਨਸੀਡੈਂਟ ਹੋਇਆ 4 ਨਵੰਬਰ 2015 ਨੂੰ ਹੋਇਆ। ਅੱਛਾ, ਕੋਈ ਐਕਸ਼ਨ ਨਹੀਂ ਲਿਆ ਸ਼੍ਰੋਮਣੀ ਅਕਾਲੀ ਦਲ ਨੇ। ਸਾਡੀ ਸਰਕਾਰ ਤੇ ਚਲਾਨ ਪੇਸ਼ ਹੋਏ, ਅਰੈਸਟ ਅਸੀਂ ਕੀਤੇ, ਚਲਾਨ 27 ਦਸੰਬਰ 2018 ਨੂੰ ਹੋਇਆ, ਚਾਰजेस ਫਰੇਮ 30 ਜੁਲਾਈ 2019 ਨੂੰ ਹੋਏ, ਸਜ਼ਾ ਹੋ ਗਈ। ਇਹਨਾਂ ਨੇ ਕੀ ਕੀਤਾ ਬਾਬਾ ਜੀ ਦਾ ਠੁੱਲੂ? ਕੀ ਕੀਤਾ ਹੈ? ਮੈਨੂੰ ਇਹ ਸਮਝ ਨਹੀਂ ਆਉਂਦੀ ਕਾਹਦੀ ਪ੍ਰੈਸ ਕਾਨਫਰੰਸ ਕੀਤੀ ਹੈ ਇਹਨਾਂ ਨੇ। ਕਾਂਗਰਸ ਪਾਰਟੀ ਦੇ ਸਮੇਂ ਸਾਰਾ ਕੁਝ ਹੋਇਆ, ਤੁਸੀਂ ਕੋਈ ਵੱਖਰੀ ਗੱਲ ਕੀਤੀ ਹੈ ਤਾਂ ਦੱਸ ਦਿਓ। ਰੋਜ਼ਾਨਾ ਤੁਹਾਡਾ ਇੱਕ ਐਮਐਲਏ ਖੜਾ ਹੋ ਕੇ ਗੱਲ ਕਹਿੰਦਾ ਕਿ ਬੇਅਦਬੀ ਮਾਮਲੇ ਤੇ ਮੈਨੂੰ 10 ਮਿੰਟ ਬੋਲਣ ਦਾ ਮੌਕਾ ਦਿਓ। ਤੁਹਾਡੇ ਕੋਲੇ 10 ਮਿੰਟ ਉਹਨੂੰ ਵਿਧਾਨ ਸਭਾ 'ਚ ਟਾਈਮ ਨਹੀਂ ਹੈ। ਜਿਹੜਾ ਆਈਜੀ ਉਹ ਸਿੱਟ ਦਾ ਮੈਂਬਰ ਸੀ, ਜਿਸ ਬੰਦੇ ਨੇ ਇਕੱਲੇ ਕਹਿ ਰਹੇ ਨੇ ਲੜਾਈ ਲੜੀ, ਸੋ ਉਹਦੇ ਵਾਸਤੇ ਤੁਹਾਡੇ ਕੋਲ ਟਾਈਮ ਨਹੀਂ ਹੈ ਕਿ ਉਹਨੂੰ ਬੋਲਣ ਦਾ ਸਮਾਂ ਦਿੱਤਾ ਜਾਂਦਾ। ਜੇ ਐਡੀ ਗੱਲ ਹੈ ਤਾਂ ਫਿਰ ਦੇ ਦਿਓ ਕੁੰਵਰ ਵਿਜੇ ਪ੍ਰਤਾਪ ਨੂੰ ਬੋਲਣ ਦਾ ਸਮਾਂ, 10 ਮਿੰਟ ਉਹਦੇ ਤੇ ਜਿਹੜਾ ਮੰਗ ਰਿਹਾ ਸੀਗਾ। ਔਰ ਆਪੋਜੀਸ਼ਨ ਨੇ ਇਹ ਗੱਲ ਕਹੀ, ਔਰ ਅੱਜ ਇਹ ਗੱਲ ਕਹਿ ਦੇਣੀ ਕਿ ਵੇਖੋ ਸਾਡੀ ਸਰਕਾਰ 'ਚ ਇਨਸਾਫ ਹੈ। ਜਨਤਾ ਬੜੀ ਕਾਰਾਗਰ ਹੈ, ਉਹਨੂੰ ਹਰ ਚੀਜ਼ ਦਾ ਪਤਾ ਹੈ ਕਿ ਇਹ ਸਾਰੀ ਕਹਾਣੀ ਬਿਲਕੁਲ ਸਾਡੀ। ਅਸੀਂ ਇਹ ਮੰਗਦੇ ਰਹੇ ਕਿ ਸਾਡੀ ਸਰਕਾਰ ਦੇ ਵਿੱਚ ਵੀ ਬਹੁਤ ਲੇਟ ਹੋਇਆ ਕੰਮ। ਹਜੇ ਬਹਿਬਲ ਕਲਾਂ ਬਗਰਾੜੀ ਉਹ ਪਿਆ ਹੈ, ਜਿਹੜਾ ਹੋਣਾ ਚਾਹੀਦਾ ਸੀ। ਅਸੀਂ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ, ਪਰ ਇਹਨਾਂ ਨੂੰ ਕੋਈ ਜ਼ੀਰੋ ਕ੍ਰੈਡਿਟ ਹੈ। ਇਹ ਜੇ ਇਹਦੇ ਚੋਂ 100 ਚੋਂ ਕੋਈ 20 ਪੈਸੇ ਜਾਂ 30 ਪੈਸੇ ਜਾਂ 50 ਪੈਸੇ ਅਗਰ ਕਿਸੇ ਨੂੰ ਕ੍ਰੈਡਿਟ ਜਾਂਦਾ ਹੈ ਤਾਂ ਉਹ ਕਾਂਗਰਸ ਪਾਰਟੀ ਨੂੰ ਹੀ ਜਾਂਦਾ ਹੈ। ਇਹ ਸਾਰਾ ਕਾਰੋਬਾਰ ਇਹਨਾਂ ਨੇ ਦੱਸ ਦੇਣ ਵੀ ਅਸੀਂ ਕੀ ਕੀਤਾ ਹੈ। ਜਿਹੜੀ ਸਜ਼ਾ ਦਿੱਤੀ ਗਈ ਆ 3 ਸਾਲਾਂ 'ਚ, ਤੁਸੀਂ ਮੰਨਦੇ ਹੋ ਵੀ ਠੀਕ ਹੈ? ਸੋ ਯਾਰ, ਇਹ ਤਾਂ ਐਕਚੁਅਲੀ ਜੱਜਿਸ ਨੇ ਦੇਖਣਾ ਹੈ ਐਜ਼ ਪਰ ਐਜ਼ ਕ੍ਰਾਈਮ ਧਾਰਾਵਾਂ ਦੇ ਮੁਤਾਬਕ। ਉਹ ਜੁਡੀਸ਼ਰੀ ਦਾ ਕੰਮ ਹੈ। ਮੈਂ ਵੀ ਉਹਦੇ ਤੇ ਟਿੱਪਾ ਟਿੱਪਣੀ ਕਰਾਂ ਕੋਈ ਚੰਗਾ ਨਹੀਂ ਲੱਗਦਾ। ਲੇਕਿਨ ਕਿਤੇ ਨਾ ਕਿਤੇ ਲੋਕਾਂ ਨੂੰ ਸਕੂਨ ਜ਼ਰੂਰ ਮਿਲਿਆ ਕਿ ਸ਼ਾਂਤੀ ਮਿਲੀ ਹੈ ਮਨ ਨੂੰ। ਪਰ ਮੈਂ ਇਹ ਚਾਹੁੰਦਾ ਕਿ ਪਲੀਜ਼ ਇਹ ਕ੍ਰੈਡਿਟ ਵਾਰ ਦੀ ਗੱਲ ਨਹੀਂ ਹੈ, ਸਾਡੇ ਗੁਰੂ ਦੀ ਗੱਲ ਹੈ। ਇਹਦੇ ਤੇ ਕਿਰਪਾ ਕਰਕੇ ਐਵੇਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਕੱਖ ਨਹੀਂ ਕੀਤਾ। ਕ੍ਰੈਡਿਟ 100% ਮਿਲ ਸਕਦਾ ਸੀ, 100% ਮਿਲ ਸਕਦਾ ਸੀ। ਉਦੋਂ ਇਹਦੇ 'ਚ ਤੇਜ਼ੀ ਵਿਖਾਈ ਜਾਂਦੀ ਸਰਕਾਰ ਦੁਆਰਾ, ਉਹ ਨਹੀਂ ਵਿਖਾਈ ਗਈ ਕੈਪਟਨ ਅਮਰਿੰਦਰ ਸਿੰਘ ਦੁਆਰਾ। ਇਹਨੂੰ ਸਲੋ ਡਾਊਨ ਰੱਖਿਆ, ਹਾਲਾਂਕਿ ਉਹਨਾਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਕਿਹਾ ਸੀ। ਪਰ ਜੋ ਵੀ ਕੁਛ ਹੋਇਆ, ਮੈਂ ਤੁਹਾਨੂੰ ਇਹ ਕਹਿ ਰਿਹਾ, ਇਹਨੂੰ 5% ਕ੍ਰੈਡਿਟ ਦੇ ਦਿਓ 100 ਚੋਂ। ਜੋ ਕੁਛ ਵੀ ਹੋਇਆ ਉਹ ਕਾਂਗਰਸ ਪਾਰਟੀ ਦੇ ਸਮੇਂ ਹੋਇਆ, ਨਥਿੰਗ ਟੂ ਡੂ ਵਿਦ ਆਮ ਆਦਮੀ ਪਾਰਟੀ। ਉਹ ਤਾਂ ਇਸ ਉੱਤੇ ਬਹਿਸ ਵੀ ਨਹੀਂ ਦੇ ਸਕੇ।
ਹੋਰ ਕੀ ਕਰਨਾ ਉਹਨਾਂ ਨੇ। ਬਰਗਾੜੀ ਮਸਲੇ ਦੀ ਗੱਲ ਕਰਦੇ ਆ, ਜਦੋਂ ਆਈਜੀ ਪਰਮਾਰ ਦੀ ਰਿਪੋਰਟ ਦੇਖੀ ਹੈ ਐਸਆਈਟੀ ਦੀ, ਉਹ ਰਿਪੋਰਟ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਕਿਸੇ ਤਰ੍ਹਾਂ ਦਾ ਕੋਈ ਰਾਜਨੀਤਿਕ ਆਗੂਆਂ ਦਾ ਹੱਥ ਨਹੀਂ ਹੈ, ਲੇਕਿਨ ਭਾਸ਼ਣਾਂ ਦੇ ਵਿੱਚ ਤੁਹਾਡੇ ਵੱਲੋਂ ਵੀ, ਕਾਂਗਰਸ ਵੱਲੋਂ ਵੀ, ਆਮ ਆਦਮੀ ਪਾਰਟੀ ਵੱਲੋਂ ਹਮੇਸ਼ਾ ਇੱਕ ਧਿਰ ਨੂੰ ਟਾਰਗੇਟ ਕੀਤਾ ਜਾਂਦਾ ਸੀ। ਤੁਹਾਨੂੰ ਕੀ ਲੱਗ ਰਿਹਾ ਵੀ ਜੇ ਤੁਹਾਡੇ ਵੇਲੇ ਬਣੀ ਹੋਈ ਸਿੱਟ ਪਰਮਾਰ ਸਾਹਿਬ ਦੀ ਗੱਲ ਕਰੀਏ ਜਾਂ ਕਿਸੇ ਦੀ, ਉੱਥੇ ਹੁਣ ਦੇ ਮੌਜੂਦਾ ਮੁੱਖ ਮੰਤਰੀ ਵੀ ਗਏ ਸੀ। ਇਹਨਾਂ ਮੁੱਖ ਮੰਤਰੀਆਂ ਨੇ ਵੀ ਕਿਹਾ ਸੀਗਾ ਕਿ ਇਹਦੇ ਪਿੱਛੇ ਰਾਜਨੀਤਿਕ ਲੋਕਾਂ ਦਾ ਹੱਥ ਹੈ, ਜਿਹੜਾ ਕਾਂਗਰਸ ਨੇ ਇਨਸਾਫ ਨਹੀਂ ਦਿੱਤਾ ਉਹ ਅਸੀਂ ਦੇਵਾਂਗੇ। ਪਹਿਲਾਂ ਅਸੀਂ ਇਹ ਗੱਲ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਇਨਸਾਫ ਦੇ ਕੇ ਦੇਵਾਂਗੇ, ਇਹਦੇ ਪਿੱਛੇ ਰਾਜਨੀਤਿਕ ਹੱਥ ਹੈ। ਸੋ ਜਨਤਾ ਜਿਹੜੀ ਹੈ ਪੰਜਾਬ ਦੀ, ਇਹ ਜਨਤਾ ਨੇ ਵੀ ਮਹਿਸੂਸ ਕੀਤਾ ਕਿ ਰਾਜਨੀਤਿਕ ਇਹ ਕੋਈ ਪਰਮਾਰ ਸਾਹਿਬ ਦੀ ਰਿਪੋਰਟ, ਕਈ ਵਾਰੀ ਰਿਪੋਰਟਾਂ ਤੁਹਾਨੂੰ ਪਤਾ ਹੀ ਹੈ ਹਿੰਦੁਸਤਾਨ ਦੀਆਂ ਰਿਪੋਰਟਸ ਕਿਹੜੀਆਂ ਹੁੰਦੀਆਂ। ਅੱਜ ਸਾਡਾ ਉਹ ਆਗੂ ਫੜ ਲਿਆ ਉੱਥੋਂ, ਜਿਹੜਾ ਬਠਿੰਡਾ ਫਿਰੋਜ਼ਪੁਰ ਦਿਹਾਤੀ ਤੋਂ ਚੁਣਾਵ ਲੜਿਆ, ਆਸ਼ੂ ਬਾਂਗੜ, ਉਹਦੀ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ, ਰਿਪੋਰਟ ਬਣਾ ਦਿੱਤੀ ਜਾਏਗੀ। ਰਿਪੋਰਟਾਂ ਜਨਤਾ, ਮੈਂ ਸਮਝਦਾ ਕਿ ਜਨਤਾ ਨੂੰ ਪਤਾ ਹੁੰਦਾ ਵੀ ਕੀ ਗੱਲ ਸੱਚ ਹੈ ਕਿ ਨਹੀਂ। ਪੰਜਾਬ ਦੀ ਜਨਤਾ ਨੇ ਅੱਜ ਅਕਾਲੀ ਦਲ ਨੂੰ ਨੁੱਕਰੇ ਲਾਤਾ, ਇਸ ਗੱਲ ਤੇ ਨੁੱਕਰੇ ਲਾਤਾ। 100 ਸਾਲ ਪੁਰਾਣੀ ਪਾਰਟੀ, ਕਿਸੇ ਤੋਂ ਲਾਇਸੈਂਸ ਨਹੀਂ ਲੈਣਾ, ਕੀ ਰਿਪੋਰਟ 'ਚ ਆਉਂਦਾ ਕੀ ਨਹੀਂ ਆਉਂਦਾ ਇਹ ਨਹੀਂ ਮੈਨੂੰ ਪਤਾ, ਕੀ ਪਰਮਾਰ ਸਾਹਿਬ ਦੀ ਰਿਪੋਰਟ 'ਚ ਹੈ ਜਾਂ ਕਿਸੇ ਦੀ ਕੀ ਰਿਪੋਰਟ 'ਚ ਹੈ, ਲੇਕਿਨ ਕੋਈ ਗੱਲ ਸੀ ਤਾਂ ਇਹਦੀ ਗੱਲ ਬਣੀ। ਸੋ ਮੈਨੂੰ ਲੱਗਦਾ ਕਿ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਤੁਸੀਂ ਕਿਹਾ ਜੋ ਗੱਲ ਸੀ ਤਾਂ ਹੀ ਐਡੀ ਗੱਲ ਬਣੀ। ਮੈਂ ਅੱਜ ਦੀ ਘਟਨਾ ਦੀ ਗੱਲ ਕਰਾਂ, ਹਾਈ ਕੋਰਟ ਨੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਨੂੰ ਜ਼ਮਾਨਤ ਦਿੱਤੀ, ਹਾਲਾਂਕਿ ਇਹ ਕਿਹਾ ਗਿਆ ਕਿ ਕੋਈ ਸਬੂਤ ਸਾਹਮਣੇ ਨਹੀਂ ਆਇਆ, ਠੋਸ ਸਬੂਤ। ਤੁਹਾਨੂੰ ਲੱਗਦਾ ਹੈ ਵੀ ਕੋਈ ਗੱਲ ਸੀ ਤਾਂ ਹੀ ਗੱਲ ਬਣੀ? ਕਿਹਨੇ ਕਿਹਾ ਇਹ ਗੱਲ? ਹਾਈ ਕੋਰਟ ਨੇ ਕਿਹਾ ਵੀ ਕੋਈ ਸਬੂਤ ਨਹੀਂ ਸੀ। ਹਾਈ ਕੋਰਟ ਦੇ ਵਿੱਚੋਂ ਇਹ ਹਾਂ ਸੁਣਿਆ ਮੈਂ ਵੀ ਹੈ ਕਿ ਉਹਨਾਂ ਨੇ ਕਿਹਾ ਕਿ ਬਈ ਜੇ ਤੁਸੀਂ ਕਹਿੰਦੇ ਕਿ ਜ਼ਮਾਨਤ ਨਾ ਮਿਲੇ ਤਾਂ ਕੋਈ ਸਬੂਤ ਦਿੱਤੇ ਜਾਣ। ਮੈਨੂੰ ਪਤਾ ਨਹੀਂ ਕੀ ਫੈਕਟਸ ਨੇ, ਟੂ ਬੀ ਵੈਰੀ ਓਨੈਸਟ। ਜਿੰਨਾ ਚਿਰ ਜੱਜ ਸਾਹਿਬ ਦਾ ਆਰਡਰ ਨਹੀਂ ਪੜ੍ਹਿਆ ਜਾਂਦਾ ਕਿ ਉਹ ਬੇਲ ਆਰਡਰ ਕੀ ਹੈ, ਤੇ ਉਹਨਾਂ ਚਿਰ ਉਹਦੇ ਤੇ ਮੈਂ ਕੁਝ ਕਹਾਂ ਤਾਂ ਵਾਜਬ ਨਹੀਂ ਹੋਏਗਾ। ਲੇਕਿਨ ਸੁਣਿਆ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਜੱਜ ਸਾਹਿਬ ਨੇ ਕਿ ਜੇ ਤੁਸੀਂ ਇਹਨੂੰ ਕਹਿੰਦੇ ਹੋ ਕਿ ਜ਼ਮਾਨਤ ਨਾ ਮਿਲੇ ਤਾਂ ਕੋਈ ਤੱਥ ਜਾਂ ਸਬੂਤ ਦਿੱਤੇ ਜਾਣ। ਸੋ ਹੁਣ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਮੈਂ ਸਮਝਦਾ ਕਿ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਉਹਦੇ 'ਚ ਕੀ ਸੀ ਜਾਂ ਕੀ ਨਹੀਂ ਸੀ, ਜਾਂ ਸਿੰਗਲਾ ਸਾਹਿਬ ਖੁਦ ਦੱਸ ਸਕਦੇ ਨੇ। ਕਈ ਵਾਰੀ ਗੱਲਾਂ ਇੱਦਾਂ ਬਣ ਵੀ ਜਾਂਦੀਆਂ ਨੇ, ਕਹਾਣੀ ਬਣਾ ਵੀ ਦਿੱਤੀ ਜਾਂਦੀ ਨੇ, ਐਪੀਸੋਡ ਰਚ ਵੀ ਦਿੱਤਾ ਜਾਂਦਾ। ਰਚਿਆ ਲੱਗਦਾ ਐਪੀਸੋਡ ਠੇਰੇ ਇੱਕ ਐਪੀਸੋਡ ਮੈਂ ਕਹਿੰਦਾ ਮੰਤਰੀ ਖਿਲਾਫ ਹੀ ਕਿਉਂ? ਆਸ਼ੂ ਬੰਗੜ ਬੜੀ, ਇਹਦੇ ਪਿੱਛੇ ਵੀ ਬੜੀ ਰਾਜਨੀਤੀ ਹੈ ਕਿ ਆਪਣੇ ਨੂੰ ਹੀ ਫੇਰ ਹੀ ਤਾਂ ਦੂਜਿਆਂ ਤੇ ਮੋਹਰ ਲਾਵਾਂਗੇ ਨਾ। ਹਮਨੇ ਤੋਂ ਵੀ ਅਸੀਂ ਤਾਂ ਆਪਣੇ ਨੂੰ ਕਰ ਲਿਆ, ਤੇ ਹੁਣ ਦੂਜਿਆਂ ਨੂੰ ਤਾਂ ਅਸੀਂ ਬਹੁਤ ਸੱਚੇ ਹਾਂ ਜਿਹਨੂੰ ਵੀ ਕਰਦੇ ਹਾਂ। ਤੁਹਾਡੇ ਜਿਹੜੀ ਮੋਹਰ ਲਾ ਰਹੇ ਨੇ ਤੁਹਾਡੇ ਸਾਬਕਾ ਮੰਤਰੀਆਂ ਤੇ, ਉਹ ਫਿਰ ਸੱਚੀ ਹੈ? ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਪਹਿਲਾਂ ਆਪਦਾ ਫੜਿਆ, ਇਸ ਕਰਕੇ ਵੀ ਲੱਗੇ ਕਿ ਬਈ ਅਸੀਂ ਜੋ ਕਰ ਰਹੇ ਹਾਂ ਜਾਇਜ਼ ਕਰ ਰਹੇ ਹਾਂ, ਫਿਰ ਦੂਜਿਆਂ ਨੂੰ ਕਰ ਲਿਆ। ਸੋ ਆਸ਼ੂ ਵਾਲਾ ਹੋਇਆ, ਦਿਨੇਸ਼ ਬੱਸੀ ਵਾਲਾ ਹੋਇਆ। ਮੈਨੂੰ ਨਹੀਂ ਲੱਗਦਾ ਕਿ ਇਹਨਾਂ ਚੀਜ਼ਾਂ ਦੀ ਕੋਈ ਜ਼ਰੂਰਤ ਸੀਗੀ। ਇਸ ਤਰ੍ਹਾਂ ਦੀ ਰਾਜਨੀਤੀ ਪੰਜਾਬ ਦੇ ਲੋਕ ਐਕਸੈਪਟ ਨਹੀਂ ਕਰਦੇ। ਅਲਟੀਮੇਟਲੀ ਸੱਚ ਸਾਹਮਣੇ ਆ ਹੀ ਜਾਂਦਾ ਹੈ। ਇੱਕ ਸਲਾਹਕਾਰ ਕਮੇਟੀ ਬਣਾਈ ਜਾ ਰਹੀ ਹੈ, ਸਲਾਹਕਾਰ ਕਮੇਟੀ ਦੇ ਇੱਕ ਚੇਅਰਪਰਸਨ ਲਾਇਆ ਜਾ ਰਿਹਾ, ਚਰਚਾ ਹੋ ਰਹੀ ਹੈ ਕਿ ਬਾਹਰੋਂ ਲਿਆ ਕੇ ਚੇਅਰਪਰਸਨ ਜਿਹੜਾ ਲਾਇਆ ਜਾਊਗਾ। ਤੁਹਾਨੂੰ ਕੀ ਲੱਗ ਰਿਹਾ, ਉਹ ਸਲਾਹਕਾਰ ਕਮੇਟੀ ਕੀ ਪੂਰੀ ਪੰਜਾਬ ਸਰਕਾਰ ਨੂੰ ਹੈਕ ਕਰਨ ਜਾ ਰਹੀ ਹੈ ਜਾਂ ਕੀ ਹੋ ਰਿਹਾ ਹੈ? ਸੋ ਇਹਦੇ 'ਚ ਕਾਫੀ ਲੰਮੀ ਚਰਚਾ ਤੁਸੀਂ ਦੇਖਿਆ ਹੋਣਾ ਕਿ ਜਿਹੜਾ MOU ਸਾਈਨ ਹੋਇਆ ਸੀ, ਪਹਿਲਾਂ ਤਾਂ ਰੌਲਾ ਪਾਇਆ ਲੋਕਾਂ ਨੇ ਜਦੋਂ ਉੱਥੇ ਜਾ ਕੇ ਆਫੀਸਰ ਸਾਹਿਬਾਨ ਗਏ। ਪੰਜਾਬ ਦੇ ਲੋਕਾਂ ਨੇ ਐਕਸੈਪਟ ਨਹੀਂ ਕੀਤਾ ਕਿ ਮੁੱਖ ਮੰਤਰੀ ਸਾਡਾ ਬਣਿਆ, ਇੱਥੇ ਕੈਬਨਿਟ ਬਣੀ ਹੈ, ਤੇ ਪੰਜਾਬ ਦੇ ਆਫੀਸਰ ਦਿੱਲੀ ਜਾਣ। ਫਿਰ MOU ਸਾਈਨ ਹੋਇਆ। ਅੱਜ ਤੱਕ ਉਹ MOU ਸਾਈਨ ਕੈਬਨਿਟ 'ਚ ਨਹੀਂ ਲੈ ਕੇ ਆ ਸਕੇ, ਵਿਧਾਨ ਸਭਾ 'ਚ ਉਹਦਾ ਕੋਈ ਨਹੀਂ ਲੈ ਕੇ ਆਇਆ। ਗਵਰਨਰ ਨੇ ਮਤਲਬ ਕਿ ਉਹਨੂੰ ਵੀ ਮੇਰਾ ਖਿਆਲ ਨੁਕਰ। ਹੁਣ ਇਹਨਾਂ ਨੇ ਆਖਿਆ ਕਿ ਇੱਕ ਸਲਾਹਕਾਰ ਕਮੇਟੀ ਬਣਾ ਦਿੱਤੀ ਜਾਵੇ। ਬਈ ਕਿਹਦੀ ਸਲਾਹ ਲੈਣੀ ਹੈ? ਤੁਹਾਡੇ ਕੋਲ 14 ਕੈਬਨਿਟ ਦੇ ਵਿੱਚ ਵਜ਼ੀਰ ਹੈਗੇ ਨੇ, ਵਿਦ ਇਨਕਲੂਡਡ ਮੁੱਖ ਮੰਤਰੀ, ਤੇ ਜੇ ਸਲਾਹ ਲੈਣੀ ਹੈ ਤਾਂ 92 ਤੁਹਾਡੇ ਕੋਲ ਵਿਧਾਇਕ ਨੇ ਜਿਹੜੇ ਲੋਕ ਪਬਲਿਕ ਰਿਪਰੈਜ਼ੈਂਟੇਟਿਵ ਹੈ, ਜਿਨ੍ਹਾਂ ਨੂੰ ਲੋਕਾਂ ਨੇ 50,000 ਵੋਟਾਂ ਦੇ ਨਾਲ ਜਿਤਾਇਆ, ਉਹਨਾਂ ਤੋਂ ਸਲਾਹ ਲਓ। ਐਂਡ ਇਫ ਕੋਈ ਹੋਰ ਸਲਾਹ ਲੈਣੀ ਹੈ ਤਾਂ ਚੀਫ ਮਿਨਿਸਟਰ ਐਡਵਾਈਜ਼ਰ ਵੀ ਰੱਖ ਸਕਦਾ ਆਪਦਾ, ਕੋਈ ਟੈਕਨੀਕਲ ਬੰਦਾ, ਜਾਂ ਤਾਂ ਤੁਸੀਂ ਦੱਸਿਆ ਜਾਵੇ ਕਿ ਇਹ ਸਲਾਹਕਾਰ ਕੋਈ XVC ਲੈ ਰਹੇ ਹੋ, ਕੋਈ ਟੈਕਨੀਕਲ ਬੰਦੇ ਦੀ ਸਲਾਹ ਵਾਸਤੇ। ਸੋ ਇੱਕ ਫਰਮਾਨ ਜਾਰੀ ਕਰ ਦਿੱਤਾ ਗਿਆ ਤਾਂ ਜੋ ਸਾਧਨ ਬਣ ਜਾਏ ਕਿ ਉਹਨਾਂ ਜਿਹੜੇ ਆਕਾਵਾਂ ਤੋਂ ਆਫਿਸਰ ਸਿੱਧੇ ਉਹ ਪੁੱਛ ਦੱਸ ਕਰਨ ਤੇ ਜੋ ਕਹਿਣ ਉਹ ਕਰ ਦਿਆ ਕਰਨ। ਇਹ ਬੇਸਿਕਲੀ ਇੱਕ ਰਾਹ ਅਪਣਾਇਆ ਗਿਆ ਹੈ। ਮੈਂ ਕਹਿਣਾ ਕਿ ਸੁਪਰਸੀਡ ਕੀਤਾ ਗਿਆ ਹੈ ਚੀਫ ਮਿਨਿਸਟਰ ਦੀ ਜਿਹੜੀਆਂ ਪਾਵਰਸ ਨੂੰ ਜਾਂ ਕੈਬਨਿਟ ਦੀ ਪਾਵਰ ਨੂੰ। ਸਰਕਾਰ ਹੈਕ ਕਰਨ ਦੀ ਕੋਸ਼ਿਸ਼, ਮੁੱਖ ਮੰਤਰੀ 100%। ਹੋਰ ਕੀ ਹੈ ਇਹਦੇ 'ਚ?
ਤੁਸੀਂ ਦੇਖੋ, ਮੈਂ ਕਹਿੰਦਾ ਕਿ ਕੈਬਨਿਟ ਕਾਹਦੇ ਵਾਸਤੇ ਹੈ? ਕੈਬਨਿਟ ਚੁਣੀ ਹੋਈ ਕੈਬਨਿਟ ਫੈਸਲੇ ਲੈਣ ਵਾਸਤੇ ਹੈ। ਕੋਈ ਟੈਕਨੀਕਲ ਐਡਵਾਈਜ਼ਰ ਤੁਹਾਨੂੰ ਚਾਹੀਦਾ ਤਾਂ ਯੂ ਕੈਨ ਟੇਕ ਦੈਟ ਟੈਕਨੀਕਲ ਐਡਵਾਈਜ਼ਰ, ਰੱਖ ਲਿਆ ਜਾਵੇ ਕੋਈ ਕਿਸੇ ਮਸ਼ਵਰੇ ਤੇ ਜਿਹਦੀ ਨੌਲੇਜ ਨਹੀਂ ਹੈ ਚੁਣੇ ਹੋਏ ਲੋਕਾਂ ਨੂੰ। ਪੋਲੀਟੀਕਲ ਅਫੇਅਰਸ ਤੇ ਤਾਂ ਮੇਰੇ ਖਿਆਲ ਚੁਣੇ ਹੋਏ ਲੋਕਾਂ ਤੋਂ ਵੱਡਾ ਕੋਈ ਐਡਵਾਈਜ਼ਰ ਹੋ ਨਹੀਂ ਸਕਦਾ, ਐਡਾ ਵੱਡਾ ਬਹੁਮਤ ਮਿਲਿਆ। ਸੋ ਇਹ ਸਾਰਾ ਜਿਹੜਾ ਕੰਮ ਹੈ ਇਹ ਚੁਣਿਆ ਗਿਆ ਹੈ ਕਿ ਵੀ ਫਲਾਂ ਬੰਦੇ ਕੋਲੇ ਫਲਾਂ ਸਮੇਂ ਜਦੋਂ ਮਰਜ਼ੀ ਜਿਹੜੇ ਅਫਸਰ ਨੂੰ ਉਹ ਬੁਲਾਉਣ ਤੇ ਜੋ ਉਹ ਕਹਿਣ ਉਹ ਕਰ ਸਕਣ। ਮੇਰਾ ਆਖਰੀ ਸਵਾਲ ਹੈ ਬੱਸਾਂ ਨੂੰ ਲੈ ਕੇ। ਹਾਲਾਂਕਿ ਤੁਹਾਡੇ ਤੋਂ ਸਵਾਲ ਪੁੱਛਿਆ ਗਿਆ ਕਿ ਜਿਹੜੀ ਬੱਸਾਂ ਫੜੀਆਂ ਸੀ ਉਹ ਕਿੱਥੇ ਨੇ, ਅਸੀਂ ਚਲਾ ਲਈਏ। ਨਾਲ ਤੁਹਾਡੇ ਤੇ ਦੋਸ਼ ਲਾਏ ਗਏ ਕਿ ਘਪਲਾ ਕੀਤਾ, ਜੇ ਬਾਡੀਆਂ ਪੰਜਾਬ 'ਚੋਂ ਲੱਗਦੀਆਂ ਨੇ ਰਾਜਸਥਾਨ ਤੋਂ ਕਿਉਂ ਲਵਾਈਆਂ ਗਈਆਂ, ਉਹ ਵੀ ਮਹਿੰਗੀਆਂ। ਉਹ ਯਾਰ ਅੱਜ ਵੀ ਇੱਕ ਖਬਰ ਲੱਗੀ ਹੈ, ਦਿੱਲੀ ਗਵਰਨਮੈਂਟ ਬਾਇੰਗ ਈ ਬੱਸਿਸ ਐਟ ਹਾਇਰ ਰੇਟ ਦੈਨ ਪ੍ਰਾਈਸ ਡਿਸਕਵਰਡ ਇਨ ਟੈਂਡਰਸ। ਸੋ ਮੇਰੇ ਕਹਿਣ ਦਾ ਮਤਲਬ ਇਲਜ਼ਾਮਤ ਲੋਕ ਲਾਉਂਦੇ ਰਹਿੰਦੇ ਨੇ, ਪਰ ਅਗਰ ਕੋਈ ਤੱਥ ਹੋਣ ਤਾਂ ਉਹਨਾਂ ਨੂੰ ਸਾਹਮਣੇ ਲੈ ਕੇ ਆਉਣ। ਜਿਹੜਾ ਵੀ ਕੋਈ ਵਿਅਕਤੀ ਹੈ ਜਿਹੜਾ ਇਟਸ ਅ ਪ੍ਰੋਸੀਜਰ, ਸੈਟ ਪ੍ਰੋਸੀਜਰ, ਇਟਸ ਅ ਕੋਈ ਇਹ ਤਾਂ ਨਹੀਂ ਗਾ ਕਿ ਰਾਜੇ ਵੜਿੰਗ ਨੇ 3 ਮਹੀਨੇ 'ਚ ਆ ਕੇ ਕੋਈ ਪ੍ਰੋਸੀਜਰ ਸੈਟਅਪ ਕਰਤਾ। ਇਟਸ ਅ ਸੈਟ ਪ੍ਰੋਸੀਜਰ, ਸੈਟ ਪ੍ਰੋਸੀਜਰ ਦੇ ਮੁਤਾਬਕ ਟੈਂਡਰਿੰਗ ਹੁੰਦੀ ਹੈ। ਜਿਹੜਾ ਵੀ ਬੰਦਾ ਉਹਦੇ 'ਚ ਪਾਉਂਦਾ ਹੈ, ਨਾ ਕੇਵਲ ਜੈਪੁਰ ਤੋਂ ਹੁਣ ਗੱਡੀਆਂ ਬਣੀਆਂ, ਇਹ ਤਾਂ ਜੈਪੁਰ ਤੋਂ ਤਾਂ ਪਹਿਲਾਂ ਵੀ ਬਣਦੀਆਂ ਆਈਆਂ ਤੇ ਹੋਰ ਪ੍ਰਦੇਸ਼ ਵੀ ਬਣਾ ਰਹੇ ਹੈ। ਮੇਰੇ ਤੋਂ ਪਹਿਲਾਂ ਜਿਹੜੀ ਸਰਕਾਰ ਸੀ ਉਹ ਵੀ ਜੈਪੁਰੋਂ ਬਣਾ ਕੇ ਲਿਆਈ, ਆਂਧਰਾ ਪ੍ਰਦੇਸ਼ ਦੀ ਗਵਰਨਮੈਂਟ ਬਣਾ ਰਹੀ ਹੈ, ਯੂਪੀ ਦੀ ਗਵਰਨਮੈਂਟ ਨੇ ਬਣਾਈਆਂ। ਸੋ ਜਿਹੜਾ ਬੰਦਾ ਉਹਦੇ 'ਚ ਟੈਂਡਰ ਚਾਹੁੰਦਾ ਉਹ ਆਪਦੀਆਂ ਬੱਸਾਂ ਪ੍ਰੋਸੀਜਰ ਚਾਹੁੰਦਾ। ਸੋ ਨਥਿੰਗ ਟੂ ਡੂ ਵਿਦ ਦੈਟ। ਉਹਦਾ ਜੋ ਕਿਸੇ ਨੇ ਜਾਂਚ ਕਰਨੀ ਉਹ ਕਰ ਸਕਦੇ। ਸਾਥੀ ਨੇ ਕੱਲ ਵਿਆਹ ਹੋਇਆ, ਹਾਲਾਂਕਿ ਮੁੱਖ ਮੰਤਰੀ ਦਾ, ਵਧਾਈਆਂ, ਤੁਹਾਨੂੰ ਬੁਲਾਇਆ ਨਹੀਂ, ਕਹਿੰਦੇ ਬੁਲਾਇਆ ਤਾਂ ਬਥੇਰੇ ਨੂੰ, ਕੈਬਨਿਟ ਗਈ ਹੈ ਵੱਖਰੀ ਚਾਹ ਤੇ, ਕੋਈ ਗੱਲਬਾਤ ਹੋਈ ਵੈਸੇ? ਵਧਾਈਆਂ ਦਿੱਤੀਆਂ ਪਰਸੋਂ ਦਾ? ਨਹੀਂ, ਮੈਂ ਟਵੀਟ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਵਧਾਈਆਂ ਦਿੱਤੀਆਂ। ਇਹਦੇ 'ਚ ਮੈਂ ਕੋਈ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਉਹਨਾਂ ਨੇ ਆਪਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ, ਤੰਦਰੁਸਤੀ ਦੇਵੇ, ਪਰਿਵਾਰ ਮੈਂ ਸਮਝਦਾ ਕਿ ਦੋਵੇਂ ਚੜ੍ਹਦੀ ਕਲਾ 'ਚ ਰਹਿਣ, ਉਹਨਾਂ ਦਾ ਜੀਵਨ ਵਧੀਆ ਬਤੀਤ ਕਰਨ, ਕਿਉਂਕਿ ਹਰ ਵਿਅਕਤੀ ਦੇ ਆਪਦਾ ਨਿੱਜੀ ਜੀਵਨ ਹੈ, ਉਹਦੇ 'ਤੇ ਮੈਂ ਕੋਈ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦਾ। ਸੋ ਪੰਜਾਬ ਦੀ ਸਿਆਸਤ ਵਿੱਚ ਇਸ ਵਕਤ ਬੇਅਦਬੀ ਨੂੰ ਲੈ ਕੇ ਇਨਸਾਫ ਦੀ ਜਿਹੜੀ ਮੰਗ ਉੱਠ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਬਰਗਾੜੀ ਦੀ ਬੇਅਦਬੀ ਨੂੰ ਲੈ ਕੇ ਜਿਹੜੇ ਵੱਡੇ ਵੱਡੇ ਕੇਸ ਹੋਏ ਨੇ, ਉਹਨਾਂ ਨੂੰ ਮਗਰਮੱਛ ਜਿਹੜੇ ਵੱਡੇ ਦੋਸ਼ੀ ਨੇ, ਜਿਨ੍ਹਾਂ ਨੂੰ ਰਾਜਨੀਤਿਕ ਪੈੜਾਂ ਕਿਹਾ ਜਾਂਦਾ ਸੀ, ਉਹਨਾਂ ਦੇ ਘਰਾਂ ਤੱਕ ਜਾਂਦੀਆਂ ਨੇ, ਉਹ ਦੋਸ਼ੀ ਕਦੋਂ ਬੇਨਕਾਬ ਹੁੰਦੇ ਨੇ। ਮੈਂ ਸਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।